ਇਹਦੇ ਨਾਲ ਬਲੱਡ ਆਉਣਾ ਸ਼ੁਰੂ ਹੋ ਜਾਂਦਾ, ਵਾਈਟ ਕਲਰ ਦਾ ਲੇਸਦਾਰ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਜਿਹਨੂੰ ਅਸੀਂ ਚਰਬੀ ਕਿਹਾ ਜਾਂਦਾ। ਇਸ ਤੋਂ ਇਲਾਵਾ ਉਹਦਾ ਕਲਰ ਬਲੈਕ ਔਰ ਬਹੁਤ ਜ਼ਿਆਦਾ ਸਬਜ਼ ਹੋ ਜਾਂਦਾ ਮੋਸ਼ਨ ਜਿਹੜੀ ਇਹਦੀਆਂ ਅਲਾਮਾਤ। ਇਹ ਕਿੰਨੇ ਦਿਨਾਂ ਤੋਂ ਕਿੰਨੇ ਦਿਨਾਂ ਦੇ ਵਿੱਚ ਹੁੰਦੇ ਆ? ਇਹ 11 ਦਿਨ ਤੋਂ 21 ਦਿਨ ਤੱਕ ਇਹ ਬਿਮਾਰੀ ਦੀ ਜਿਹੜੀ ਸ਼ਿੱਦਤ ਹੁੰਦੀ ਹੈ ਬੱਚੇ ਦੇ ਵਿੱਚ। ਠੀਕ ਹੋ ਗਿਆ। ਇਹ ਬਿਮਾਰੀ ਜਿਹੜੀ ਸਾਡੇ 60% ਬੱਚੇ ਜ਼ਾਇਆ ਕਰ ਦਿੰਦੀ ਹੈ ETV ਦੀ ਬਿਮਾਰੀ। ਠੀਕ, ਇਹ ਦੋ ਸਾਨੂੰ ਖਤਰਨਾਕ ਬਿਮਾਰੀਆਂ ਦਾ ਜਿਹੜਾ ਵਾ ਬੱਚੇ ਨੂੰ ਸਾਹਮਣਾ ਕਰਨਾ ਪੈਂਦਾ ਵਾ ਪਹਿਲੇ ਮਹੀਨੇ ਦੇ ਵਿੱਚ। ਇੱਕ ਮਹੀਨਾ ਸਾਡਾ ਜਿਹੜਾ ਬੱਚਾ ਵਾ ਇਹ ਇਨਸਾਨ ਦੇ ਬੱਚੇ ਨੂੰ ਜ਼ਿਆਦਾ ਕਮਜ਼ੋਰ ਵਾ। ਇੱਕ ਮਹੀਨੇ ਤੋਂ ਬਾਅਦ ਇਹਦੇ ਵਿੱਚ ਸ਼ੇਰ ਜਿੰਨੀ ਤਾਕਤ ਆ ਜਾਂਦੀ ਹੈ। ਫਿਰ ਇਹਨੂੰ ਇਨਵਾਇਰਮੈਂਟ ਦਾ ਦੂਸਰਾ ਤੀਸਰਾ ਖੁਰਾਕ ਦੀ ਡਿਸਟਰਬਿੰਗ ਦਾ ਕੋਈ ਮਸਲਾ ਨਹੀਂ ਆਉਂਦਾ। ਪਹਿਲਾ ਇੱਕ ਮਹੀਨਾ ਜਾਂ ਤਾਂ ਕੁਦਰਤੀ ਤੌਰ 'ਤੇ ਇਹਦੇ ਅੰਦਰੋਂ ਉਹ ਜਿਹੜੀ ਨਹੀਂ ਬਣਦੀ ਦਾ ਮਿਹਦਾ ਉਹ ਨਹੀਂ ਹੁੰਦਾ ਜਿਹੜਾ ਇਮਿਊਨਿਟੀ ਬਣਾਉਣੇ ਵਾਲਾ ਵਾ, ਜਾਂ ਵੈਸੇ ਇਹਦੀ ਏਜ ਉਸ ਟਾਈਮ ਇਸ ਤਰ੍ਹਾਂ ਦੀ ਹੁੰਦੀ ਤਾਂ ਇਹਨੂੰ ਬਿਮਾਰੀਆਂ ਦਾ ਖਤਰਾ ਹੁੰਦਾ। ਠੀਕ ਹੋ ਗਿਆ। ਪਹਿਲੇ ਦਿਨ ਤੋਂ ਲਾ ਕੇ ਅਤੇ 11 ਦਿਨ ਤੱਕ ਸਾਨੂੰ ਨਮੂਨੇ ਦਾ ਖਤਰਾ, ਮੁੜ ਕੇ 11 ਦਿਨ ਤੋਂ ਲਾ ਕੇ 21 ਦਿਨ ਤੱਕ ਸਾਨੂੰ ਜ਼ਿਆਦਾ ETV ਦਾ ਖਤਰਾ ਵਾ। ਜਿਹਨੂੰ ETV ਹੋ ਗਈ ਆ, ਅਗਰ ਮੌਸਮ ਤੁਹਾਡਾ ਡਿਸਟਰਬ ਹੋਣਾ ਠੰਡਾ ਜ਼ਿਆਦਾ ਵਾ ਅਤੇ ਉਹਨੂੰ ਪੱਕਾ ਨਮੂਨੀਆ ਵੀ ਹੋ ਜਾਣਾ ਵਾ ਕਮਜ਼ੋਰੀ ਦੀ ਵਜ੍ਹਾ ਨਾਲ। ਅੱਛਾ, ਦੋਨੇ ਬਿਮਾਰੀਆਂ ਆ ਜਾਂਦੀਆਂ। ਜਿਹੜੇ ਦੋਨੇ ਬਿਮਾਰੀਆਂ ਆ ਗਈਆਂ ਸਮਝੋ ਤੁਹਾਡਾ ਜਾਨਵਰ PPR ਚਲਾ ਗਿਆ। ਠੀਕ ਹੈ। PPR ਕਿਹਨੂੰ ਕਿਹਾ ਜਾਂਦਾ ਵੀ ਜਿੱਥੇ 2-4 ਬਿਮਾਰੀਆਂ ਇਕੱਠੀਆਂ ਹੋ ਜਾਣ, ਉਹ ਮੁਤਜ਼ਾਦ ਹੋਣ। ਇੱਕ ਦੀ ਤੁਸੀਂ ਟਰੀਟਮੈਂਟ ਕਰੋ, ਦੂਸਰੀ ਉਸੇ ਦਵਾ ਨਾਲ ਇਜ਼ਾਫਾ ਹੋ ਜਾਵੇ। ਕਿਸੇ ਵੀ ਸਾਡੇ ਜਾਨਵਰ ਨੂੰ ਪੇਚਿਸ ਅਗਰ ਲੱਗਦੇ ਆ ਨਾ, ਅਤੇ ਪੇਚਿਸ ਅਸੀਂ ਦੇਖਦੇ ਹਾਂ ਕਿ ਪੇਚਿਸ ਕਿਸ ਵਜ੍ਹਾ ਤੋਂ, ਮਿੱਟੀ ਖਾਣ ਦੀ ਵਜ੍ਹਾ ਤੋਂ ਤਾਂ ਨਹੀਂ ਹੈਗੇ, ਮਿੱਟੀ ਖਾਣ ਦੀ ਵਜ੍ਹਾ ਤੋਂ ਵੀ ਲੱਗ ਸਕਦੇ ਆ, ਖੁਰਾਕ ਦੀ ਡਿਸਟਰਬਿੰਗ ਦੀ ਵਜ੍ਹਾ ਤੋਂ ਤੁਸੀਂ ਜਿਹੜਾ ਕੋਈ ਵੰਡੇ ਦਾ ਫਾਰਮੂਲਾ ਕਾਫ ਸਟਾਰਟਰ ਦਾ ਦੇਖਦੇ ਆ ਉਹ ਤੋਂ ਵੀ ਹੋ ਸਕਦੇ ਆ, ਮਾਂ ਦੇ ਦੁੱਧ ਤੋਂ ਹੋ ਸਕਦੇ ਆ। ਠੀਕ ਹੋ ਗਿਆ। ਅਤੇ ਅੰਤੜੀਆਂ ਦੀ ਪ੍ਰੋਬਲਮ ਤੋਂ ਹੋ ਸਕਦੇ ਆ। ਲੇਕਿਨ 11 ਤੋਂ 21 ਦਿਨਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਜਾਨਵਰ ਸਾਡਾ ਨਾ ਇਹਨੂੰ ਇਹੀ ਮਸਲਾ ਆਉਂਦਾ ਵਾ। ਔਰ ਜਿਹੜਾ ਮੌਸਮ ਸਾਡਾ ਅਪ੍ਰੈਲ ਦੇ ਵਿੱਚ ਬੱਚੇ ਪੈਦਾ ਹੋ ਰਹੇ ਗਰਮ ਮੌਸਮ ਦੇ ਵਿੱਚ, ਉਹਨਾਂ ਨੂੰ ਇਹ ਮਸਲਾ ਬਣਦਾ ਵਾ। ਇਹਦੇ ਵਿੱਚ 2 ਤਰ੍ਹਾਂ ਦੇ ਸਾਡੇ ਕੋਲ ਜਾਨਵਰ ਆਏ ਨੇ। ਇੱਕ ਫਾਰਮਿੰਗ ਵਾਲੇ ਜਿਹੜਾ ਤਰੀਕਾਕਾਰ ਤੁਸੀਂ ਕਰ ਰਹੇ ਹੋ, ਦੂਸਰਾ ਜਿਹੜੇ ਜਾਨਵਰ ਬਾਹਰ ਗਰੇਜ਼ਿੰਗ ਦੇ ਉੱਤੇ ਆ। ਗਰੇਜ਼ਿੰਗ ਦੇ ਉੱਤੇ ਜਾਨਵਰਾਂ ਨੂੰ ਪ੍ਰੋਬਲਮ ਬੱਚੇ ਨੂੰ ਤਾਂ ਆਉਂਦੀ ਹੈ ਕਿ ਉਹਦੀ ਮਾਂ ਦੇ ਆਰਡਰ ਦੇ ਵਿੱਚ ਹੀਟ ਬਹੁਤ ਜ਼ਿਆਦਾ ਹੁੰਦੀ ਹੈ। ਸੁਬਾਹ ਤੋਂ ਸ਼ਾਮ ਤੱਕ ਉਹਨੇ ਸਫ਼ਰ ਕਰਨਾ, ਉਹ ਹਰਕਤ ਦੀ ਵਜ੍ਹਾ ਨਾਲ ਦੁੱਧ ਜਿਹੜਾ ਬਹੁਤ ਜ਼ਿਆਦਾ ਗਰਮ ਹੋ ਜਾਂਦਾ। ਠੀਕ ਹੋਗਾ। ਅਤੇ ਜਿਹੜੇ ਸਾਡੇ ਚਰਾਵਾ ਹਜ਼ਰਾਤ ਲੋਕ ਆ ਉਹ ਫਿਲ ਫੌਰ ਹੀ ਬੱਚੇ ਨੂੰ ਦੁੱਧ ਪਿਲਾ ਦਿੰਦੇ ਆ। ਅਗਰ ਗਰਮ ਮੌਸਮ ਹੋਵੇ ਤਾਂ ਬੱਚੇ ਨੂੰ ਦੁੱਧ ਪਿਲਾ, ਕਮ ਸੇ ਕਮ ਵੀ ਬੱਕਰੀ ਦਾ ਟੈਂਪਰੇਚਰ ਡਾਊਨ ਕਰਕੇ ਬੱਚੇ ਨੂੰ ਦੁੱਧ ਪਿਲਾਉਣਾ ਚਾਹੀਦਾ। ਅੱਧੇ ਘੰਟੇ ਤੋਂ 1 ਘੰਟੇ ਤੱਕ ਬੱਕਰੀ ਨੂੰ ਰੈਸਟ ਦਿਓ, ਜਿਸ ਟਾਈਮ ਉਹਦਾ ਆਰਡਰ ਦਾ ਟੈਂਪਰੇਚਰ ਨਾਰਮਲ ਹੋ ਜਾਏ, ਫਿਰ ਬੱਚੇ ਨੂੰ ਦੁੱਧ ਪਿਲਾਓ। ਸਰ ਜੀ, ਇਹ ਜਿਹੜੀ ਗੱਲ ਤੁਸੀਂ ਹੁਣ ਕੀਤੀ ਹੈ ਕਿ ਦੁੱਧ ਗਰਮ ਹੋ ਜਾਂਦਾ ਹੈ ਚੱਲਣ ਨਾਲ ਬੱਕਰੀ ਦਾ, ਸਾਡੇ ਅਕਸਰ ਚੌਰਾਹੇ ਬਾਈ ਇਸ ਚੀਜ਼ ਨੂੰ ਨਹੀਂ ਮੰਨਦੇ ਜੀ। ਇਹ ਮੇਰਾ ਇਤਫਾਕ ਹੋਇਆ ਇਸ ਗੱਲ ਦੇ ਉੱਤੇ ਨਾ, ਉਹ ਇਸ ਚੀਜ਼ ਨੂੰ ਨਹੀਂ ਮੰਨਦੇ ਕਿ ਬੱਕਰੀ ਚਲਦੀ ਰਹੇ ਤਾਂ ਦੁੱਧ ਗਰਮ ਹੋ ਜਾਂਦਾ ਤਾਂ ਬੱਚਾ ਪ੍ਰੋਬਲਮ ਕਰੇਗਾ। ਇਹ ਪਤਾ ਕੀ ਹੈ, ਇਹ ਕੁਦਰਤੀ ਕਾਨੂੰਨ ਆ ਕਿ ਜਿਸ ਟਾਈਮ ਤੁਸੀਂ ਹਰਕਤ 'ਚ ਹੋਗੇ ਤੁਹਾਡਾ ਬਲੱਡ ਠੰਡਾ ਹੋਏਗਾ, ਗਰਮ ਹੋਏਗਾ। ਆਰਡਰ ਦੇ ਵਿੱਚ ਜਿੰਨੀਆਂ ਵੀ ਸ਼ਰਿਆਨਾਂ ਵਾ ਉਹ ਬਲੱਡ ਦੇ ਸਿਰ 'ਤੇ ਚੱਲ ਰਹੀਆਂ ਜਾਂ ਕਿਸੇ ਹੋਰ ਜੀ ਬਲੱਡ 'ਤੇ ਬਿਲਕੁਲ। ਉਹ ਜਿਸ ਟਾਈਮ ਇਸ ਤਰ੍ਹਾਂ ਹਰਕਤ ਕਰਦਾ ਵਾ, ਕਿਸੇ ਵੀ ਸ਼ੈ ਨੂੰ ਤੁਸੀਂ ਰਗੜ ਪੈਦਾ ਕਰੋ, ਠੀਕ ਹੋਗਾ, ਹੀਟ ਅਪ ਹੋਏਗੀ ਕਿ ਨਹੀਂ ਹੋਏਗੀ? ਜੀ ਹੋਏਗੀ। ਠੀਕ ਹੋਗਾ। ਉਹਦੀਆਂ ਲੱਤਾਂ ਦੇ ਵਿੱਚ ਜਿਲੇ ਲੱਗਦਾ ਵਾ ਕੀ ਕਰੇਗਾ? ਹੀਟ ਅਪ ਹੋ ਜਾਏਗਾ। ਹਾਂ, ਇਸ ਟਾਈਮ ਜਿੰਨੇ ਵੀ ਚਰਾਵਾ ਹਜ਼ਰਾਤ ਆ ਜਿਨ੍ਹਾਂ ਦੀਆਂ ਬੱਕਰੀਆਂ ਜ਼ਿਆਦਾ ਦੁੱਧ ਦੇਣੇ ਆ ਰਹੀਆਂ ਨਾ, ਜਾਂ ਜਿੰਦੇ ਲਟਕੇ ਹੋਏ ਆਰਡਰ ਆ, ਉਹਨੂੰ ਪ੍ਰੋਬਲਮ ਹੀ ਇਹ ਹੈ ਉਹਦੀ ਬੱਚੇ ਨਹੀਂ ਤਿਆਰ ਹੋ ਰਹੀ ਉਸ ਬੱਕਰੀ ਦੀ। ਇसी वजह से जा के चेक कर लो जी। ठीक हो गया। कि जिस किसी को 5 साल की बकरी अच्छा दुध देने वाले बच्चे किन्ने तैयार किए, किन्ने बच्चे ने किन्ने तैयार होए ने? बच्चे की डिवर्मिंग किन्ने दिन विच कर देनी चाहिए पैदा होने के बाद? पैदा होने तो बाद डिवर्मिंग कोशिश करो कि 11 तो ना 15 दिन के अंदर अंदर उसकी डिवर्मिंग कर दो। किस चीज़ से करें सर? ये अस तो सब तो पहले बच्चे ने ना एल्वाजोल दे रहे हैं। एल्वाजोल ठीक होगा। ये मुर्गी के इस्तेमाल होंगे वा पोटे वाले जानवर वास्ते आ। बच्चे च असीं तां इस्तेमाल करते हैं कि बच्चे का जिहड़ा ना वो जी नहीं बनी होंगी, मैदा नहीं बनया होंदा, ਉਹਦਾ ਅੰਦਰ ਦਾ ਹਿੱਸਾ ਬਹੁਤ ਨਾਜ਼ੁਕ ਹੁੰਦਾ। ਅਸੀਂ ਬਹੁਤ ਤੇਜ਼ ਡਿਵਰਮਿੰਗ ਨਹੀਂ ਕਰਦੇ। ਪੈਦਾ ਹੁੰਦਿਆਂ ਦਾ ਸਰ ਪ੍ਰੋਟੋਕੋਲ ਜਿਹੜੇ 2 ਇੰਜੈਕਸ਼ਨ ਨੇ ਪੈਦਾ ਹੁੰਦਿਆਂ ਪਹਿਲੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਇਨਕੁਆਇਰ 24 ਘੰਟੇ 'ਚ ਉਹਨੂੰ ਦੇ ਦੇਣਾ ਵਾ ਜੀ। ਪਹਿਲੇ 24 ਘੰਟੇ 'ਚ ਠੀਕ ਹੋ ਗਿਆ। ਦੂਸਰਾ ਤੁਸੀਂ ਪਤਾ ਜਿਹੜਾ ਵਾ 1 ਹਫ਼ਤੇ ਤੋਂ ਬਾਅਦ ਜਿਹੜਾ ਵਾ ETV ਦਾ ਇੰਜੈਕਸ਼ਨ ਲਗਾ ਦੇਣਾ 8 ਤੋਂ 10 ਦਿਨ ਦੇ ਵਿੱਚ ਕਿਉਂ 11 ਦਿਨ ਦੇ ਵਿੱਚ ਤੁਹਾਡੇ ਕੋਲ ਬਿਮਾਰੀ ਸ਼ੁਰੂ ਹੋ ਰਹੀ ਹੈ, ਤੁਸੀਂ ਉਸ ਬਿਮਾਰੀ ਤੋਂ ਪਹਿਲੇ ਜੀ ਉਹਦੇ 'ਚ ਸਾਡਾ ਟ੍ਰਾਈਵਰਸਨ ਯੂਜ਼ ਹੋਏਗਾ। ਟ੍ਰਾਈਵਰਸਨ ਤੋਂ MY ਕਮ 2 ਯੂਜ਼ ਹੋਣਗੇ, 2 ਤੁਸੀਂ ਯੂਜ਼ ਕਰਨੇ ਆ ਐਜ਼ ਪਰ ਵੇਟ। ठीक होते वजन के हिसाब से बच्चे ਨੂੰ इंसुलिन पॉइंट लगते हैं जी। तो इंसुलिन की सिरिंज ना लगाना जी, बच्चे इंसुलिन पॉइंट के हिसाब से मेडिसिन लगेगी।
ਸਰ ETV ਜਿਹੜੀ ਸਟਾਰਟ ਹੁੰਦੀ ਹੈ ਬੱਚਿਆਂ 'ਚ 11 ਦਿਨ ਤੋਂ ਚਾਂਸ ਹੁੰਦੇ ਨੇ ਸਟਾਰਟ ਹੋਣ ਦੇ। ਅਗਰ ਬੱਚਿਆਂ ਨੂੰ ਇਹ ਮਸਲਾ ਹੋ ਗਿਆ ਹੈ, ਉਸ ਤੋਂ ਬਾਅਦ ਅਸੀਂ ਪਹਿਲਾ ਸਾਡਾ ਸਟੈਪ ਕੀ ਹੋਣਾ ਚਾਹੀਦਾ ਕਿ ਪਹਿਲਾ ਕਦਮ ਅਸੀਂ ਜਿਹੜਾ ਚੁੱਕੀਏ? ਪਹਿਲਾ ਅਸੀਂ ਕਦਮ ਇਹ ਚੱਕਣਾ ਵਾ ਕਿ ਬੱਚੇ ਨੂੰ ਅਸੀਂ ਇੰਜੈਕਸ਼ਨ ਹੀ ਲਗਾਉਣਾ ਹੋਵੇ। ਇਹੀ ਜਿਹੜੇ ਤੁਹਾਨੂੰ ਮੈਂ ਦੋ ਦੱਸੇ ਜੀ, ਠੀਕ ਹੈ, ਠੀਕ ਹੋ ਗਿਆ। ਔਰ ਨਾਲ ਉਹ ਸੈਪਟਾਂਡੀਐਸ ਦੀ ਗੋਲੀ ਦੇਣਾ ਸ਼ੁਰੂ ਕਰ ਦੇਣੀ ਹੈ, ਪਾਊਡਰ ਦੀ ਸ਼ਕਲ ਵਿੱਚ। ਪਾਊਡਰ ਦੀ ਸ਼ਕਲ ਦੇ ਵੀ ਦੇ ਦਿਓ, ਸਾਬਤ ਗੋਲੀ ਦੇ ਦਿਓ, ਜਿਸ ਤਰ੍ਹਾਂ ਤੁਹਾਨੂੰ ਆਸਾਨ ਲੱਗੇ। ਦੂਸਰੀ ਚੀਜ਼ ਅਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਉਹ ਦੁੱਧ ਦੀ ਇਨਟੇਕ ਕਿੰਨੀ ਕਰ ਰਿਹਾ ਵਾ। ਦੁੱਧ ਜਿਹੜਾ ਵਾ ਅਸੀਂ ਉਹਦਾ ਅਗਰ ਸਾਨੂੰ 24 ਘੰਟੇ 'ਚ ਰਿਜ਼ਲਟ ਨਹੀਂ ਮਿਲ ਰਿਹਾ ਤਾਂ ਅਸੀਂ ਉਹਦਾ ਦੁੱਧ ਕੰਮ ਕਰ ਦੇਣਾ। ਅੱਛਾ, ਦੁੱਧ ਨੂੰ ਕੰਮ ਕਰਨ ਦੀ ਵਜ੍ਹਾ ਡਿਸਟਰਬ ਕਰੇਗਾ ਜ਼ਿਆਦਾ ਉਹਨੂੰ ਦੁੱਧ? ਇਹ ਦੁੱਧ ਜਦੋਂ ਤੁਸੀਂ ਕੰਮ ਕਰੋਗੇ ਨਾ ਤਾਂ ਉਹਦੀ ਔਜਲੀ ਦਾ ਪਾਣੀ ਜਿਹੜਾ ਨਾ ਉਹ ਖੁਸ਼ਕ ਹੋ ਜਾਏਗਾ, ਉਹ ਯੂਜ਼ ਕਰ ਲਏਗਾ। ਦੁੱਧ ਵਿੱਚ ਤਾਂ 85% ਵਾਟਰ ਆ ਰਿਹਾ ਜੀ, ਠੀਕ ਹੋ ਗਿਆ। ਠੀਕ, ਉਹ ਤੁਹਾਨੂੰ ਫਿਰ ਫੁੱਲ ਮੈਡੀਸਨ ਦਾ ਜਿਹੜਾ ਰਿਜ਼ਲਟ ਮਿਲ ਜਾਏਗਾ। ਬੱਚਾ ਕਿੰਨੀ ਕੁ ਦੇਰ ਦੁੱਧ ਤੋਂ ਬਗੈਰ ਗੁਜ਼ਾਰਾ ਕਰ ਸਕਦਾ ਹੈ? 10-15 ਦਾ ਬੱਚਾ ਹੈ ਦੇ ਵਿੱਚ ਤੁਹਾਡਾ ਬੱਚਾ 4 ਦਿਨ ਤੱਕ ਵੀ ਦੁੱਧ ਤੋਂ ਬਗੈਰ ਗੁਜ਼ਾਰਾ ਕਰ ਸਕਦਾ ਵਾ। ਜੀ ਬਿਲਕੁਲ, ਇਹ ਗੱਲ ਸਾਡੇ ਕੋਲ ਇੱਥੇ ਰਿਕਾਰਡ ਤੇ ਕਿ 4 ਤੋਂ 5 ਦਿਨ ਬੱਚਾ ਜਿਹੜਾ ਹੈ ਬਗੈਰ ਦੁੱਧ ਤੋਂ ਗੁਜ਼ਾਰਾ ਕਰ ਸਕਦਾ। ਹਾਂ, ਜਿਸ ਜਾਨਵਰ ਤੁਸੀਂ ਇੰਜੈਕਸ਼ਨ ਲਗਾਤਾ ਟਰਾਈ ਵਰਤਣਾ ਐਵੇਂ ਕੰਮ ਦਾ, ਤੇ ਨਾਲ ਉਹਨੂੰ ਤੁਸੀਂ ਦੇ ਦਿੱਤਾ ਆਪਣਾ ਸੈਪਟਾਂਡੀਐਸ, ਉਹਨੇ ਕੁਦਰਤੀ ਤੌਰ ਤੇ ਪਹਿਲੇ ਦਿਨ ਪਾਣੀ ਨਹੀਂ ਪੀਤਾ ਨਾ, ਦੂਸਰੇ दिन लाजम पानी पिएगा। बेशक वो पानी नहीं पी रहे, इतनी खुश्की हो जाती है उसको, खुश्की की वजह से, और प्यास ज़्यादा, उसका गला खुश्क होएगा, पानी की तरफ जाएगा लाजम। तो उसको फिर पानी जितना पीना चाहिए दे दें उसको, जितना पानी चाहिए दे दें, लेकिन पानी उसको जो है ना वो नमकोल की शक्ल में हो। ये मैं आपको कल बताऊँगा कि आप अपना नमकोल कैसे तैयार कर सकते हैं। ORS तो वो तकरीबन 1 साल तक आपको रह सकता है सेफ, लेकिन कोशिश करें कि आपके बच्चे का जो पीरियड है वो 3 माह का 3 माह ही चला, कंटिन्यूस नहीं, जब उसको प्रॉब्लम। अच्छा, दूसरा पीने की वजह से भी मतलब जैसे अक्सर और बेशतर जो इस तरह की बीमारियां मोशन की और सब कुछ आती हैं बकरी के दूध की वजह से, पानी का इस्तेमाल जो है वो अगर सही नहीं तो इस वजह से भी बहुत ज़्यादा बीमारियाँ। पता क्या चीज़ है, पहली तो चीज़ ये है कि जब बच्चे को दूध कम मिलेगा ना तो वो दूध पीने के फ़ौरन बाद पानी पिएगा, वो पानी उसको प्रॉब्लम कर सकता है अगर पानी ठीक ना हो। अच्छा, अगर तो आपका पानी ठीक है तो फिर उसको प्रॉब्लम नहीं बनेगी। वैसे वो कौन सा पानी ज़्यादातर अफेक्टेड होता है, जिंक जिसमें ज़्यादा है या जैसे अक्सर अब ये पानी तो वैसे ओवरऑल सही आ रहा है, अब प्लास्टिक वाला पाइप इस्तेमाल करते हैं उसमें जो खाई वगैरह लगी वो वाला पानी ज़्यादा खतरनाक? जो आप प्लास्टिक वाला पाइप इस्तेमाल करते हैं ना उसके आगे आप एक सादा सी जाली लगा सकते हैं। समुद्री वाले फार्म में भी ये प्रॉब्लम आता है जी, हम हमारा फीड वाला तोड़ा है वो आगे लगा दिया पाइप है, वो ख़त्म हो गया। अच्छा, जितनी भी फंगस है रुक गई। हाँ, अगर आपको भी इधर ये आ रहा है तो तोड़ा लगा के आप चेक करें। जी लगा रहे हैं सर जी, लगा रहे हैं हम, काफ़ी दिनों से लगा रहे हैं। हाँ बिल्कुल साफ हो जाएगा, बेहतरीन हाल है कि आपका पाइप वगैरह जो गंदा है तो उसमें कपड़ा लगा पाइप लाजम आपका गंदा होगा, पाइप में पानी रुकेगा तो वो गंदा होगा। अब जो हम बच्चों के साथ वंडा यूज़ कर रहे हैं, जैसे सुबह हमने अपने रूटीन के मुताबिक वंडा डाला है, ये कितने दिनों के बाद शुरू करना है इनको? तकरीबन 4 से 5 दिन के बाद आप जानवर के आगे ना चोकर रखें। चोकर रखते हैं? अच्छा, ठीक है, जब वो चोकर खाना शुरू कर दें तो फिर आप उसको अपनी फीड देना शुरू कर दें। अच्छा, फीड इस तरह हमने मतलब पाउडर शेप में नहीं दिया, इस तरह देना ठीक है? नहीं, बच्चे के लिए नहीं, बच्चे के लिए ये साइज़ बड़ा है। साइज़ बड़ा है जी। ये तकरीबन अभी स्टार्ट हुई है ना फीड का आपने, इसलिए तो तकरीबन 6 माह के अंदर अंदर जो काफ स्टार्टर है वो बच्चे का अलग आ जाएगा। ठीक होगा, वो बिल्कुल छोटी गोली की शक्ल में गोल होगा, जैसे मुर्गी की छोटी फीड होती है। हाँ, ऐसे होगा। अच्छा, ठीक हो गया। नहीं पी तो उसे हम खुद से भी दूध ला सकते हैं? बीमारी चेक करके, जिसको तो प्रॉब्लम है ना ETV का पेचस का, उसको आप पिला सकते हैं। जिसको नमूनिया का प्रॉब्लम है, टेम्परेचर है, उसको आप नहीं पिला सकते। माँ का दूध? माँ का दूध ज़बरदस्ती खुद पिए तो ठीक है? खुद पिए तो ठीक है। अच्छा, में कैसे पता चलता है सर जी कि इसको नमूनिया हो गया? नमूनिया का जो आपको मैंने कल अलामतें बताई थी कि उसकी सांस का प्रॉब्लम, ठीक है, उसको टेम्परेचर ऑलरेडी रहेगा, बच्चा सुस्त हो जाएगा, मुंह से नज़ला गिराना शुरू कर देगा, आँख से पानी आना शुरू हो जाएगा। ये नमूनिया की अलामतें? ये नमूनिया की अलामतें हैं, ठीक है। और दूध पीना छोड़ जाएगा सबसे उसकी पहले। जो हाँ खुराक वाली नाली है ना और सांस वाली नाली का कुदरती अमल ये है कि जब जानवर का टेम्परेचर नॉर्मल होगा ना तो वो कोई भी खुराक खाएगा या पानी वाटर वगैरह पिएगा, दूध पिएगा, वो सांस वाली नाली बंद हो जाएगी ऑटोमेटिकली। 2 सूरतों में ये सांस वाली नाली बंद नहीं होती, जब जानवर को टेम्परेचर लग जाता है फिर भी ये ओपन रहती, बंद नहीं होती। जब आप ज़बरदस्ती कोई चीज़ देते हैं फिर भी वो ओपन हो जाती है, बंद नहीं होती, उसका ये साइन ख़त्म हो जाता है। दोनों सूरतों में कुदरती अमल है एक सर? ये कुदरती अमल है।
इसलिए बीमारी की हालत में मुंह के रास्ते से एहतियात करनी चाहिए। कोई भी चीज़ बुखार की सूरत में, बुखार की सूरत में मुंह के रास्ते आप कोई चीज़ ना दें तो अच्छा है। कोई भी चीज़ आप बुखार वाले बच्चे को देंगे तो वो तकरीबन 10 से 15 मिनट में आपके हाथ में ही ज़ाया हो जाएगी।